ਬਹੁਤ ਸਾਰਾ ਪ੍ਰੈਸ਼ਰ ਸੀਗਾ ਸਾਡੇ ਸ਼ਰੀਕੇ ਦਾ, ਉਹਨਾਂ ਲੋਕਾਂ ਦਾ ਕਿ ਘਰ ਦੇ ਵਿੱਚੋਂ ਹੁਣ ਚਲੇ ਜਾਣ, ਘਰ ਛੱਡ ਜਾਣ, ਸਾਨੂੰ ਪੈਲੀ ਮਿਲ ਜਾਵੇ। ਤਾਂ ਮੈਨੂੰ ਇੱਕ ਵਾਰੀ ਦੂਸਰੀ ਕਲਾਸ ਦੇ ਵਿੱਚ ਚੋਰੀ ਕਰਨ ਦੀ ਆਦਤ ਪੈ ਗਈ। ਉਹ ਚੋਰੀ ਕਰਨ ਦੀ ਆਦਤ ਕਿਵੇਂ ਪਈ ਕਿ ਮੇਰੀ ਮਾਂ ਅਗਲੇ ਦਿਨ ਸਕੂਲ ਆਈ, ਹਾਫ ਟਾਈਮ ਦਾ ਸਮਾਂ ਸੀਗਾ ਜਿਹਨੂੰ ਅਸੀਂ ਅੱਧੀ ਛੁੱਟੀ ਕਹਿ ਦਿੰਦੇ ਹਾਂ, ਸਕੂਲ ਦੇ ਵਿੱਚ ਆਈ ਔਰ ਮੈਂ ਕਿਹਾ ਹੁਣ ਕੀ ਹੋ ਗਿਆ, ਮੰਮੀ ਕਿਤੇ ਲੋਕ ਤਾਨੇ ਮਾਰਨੇ ਲੋਕਾਂ ਨੇ ਸ਼ੁਰੂ ਕਰ ਦਿੱਤੇ ਕਿ ਇਹ ਨਸ਼ੇ ਕਰਨ ਲੱਗ ਪਿਆ। ਇਹਦਾ ਮੁੰਡਾ ਜਦੋਂ ਮੈਂ +1 +2 ਦੇ ਵਿੱਚ ਹੋਇਆ, ਰਾਤ ਦੇ 8 ਵਜੇ ਕਾਲ ਆਈ, ਮੈਂ ਕਿਹਾ 6500 ਰੁਪਈਆ ਚਾਹੀਦਾ ਔਰ ਯਕੀਨ ਮੰਨਿਓ ਅੱਜ ਜਦੋਂ ਮੈਂ ਉਹ ਦਿਨ ਦੇਖਦਾ ਜਦੋਂ ਸਾਡੇ ਘਰ ਦੇ ਵਿੱਚ ਮੋਟਰ ਤਾਂ ਦੂਰ, ਸਮਰਸੀਬਲ ਤਾਂ ਦੂਰ, ਸਾਡੇ ਘਰ ਦੇ ਵਿੱਚ ਨਲਕਾ ਵੀ ਨਹੀਂ ਸੀ। ਲੋਕ ਦੇਖ ਕੇ ਤਰਸ ਵੀ ਖਾਂਦੇ ਹੁੰਦੇ ਸੀ ਤੇ ਹੱਸਦੇ ਹੁੰਦੇ ਵੀ, ਯਾਰ ਇਹ ਹੁਣ ਕਿੱਦਾਂ ਸੰਭੂਗਾ ਆਪਣੇ ਆਪ ਨੂੰ। ਪਿਆਰ ਭਰੀ ਸਤਿ ਸ੍ਰੀ ਅਕਾਲ। ਮੇਰਾ ਨਾਮ ਹੈ ਜਸਪਾਲ ਸਿੰਘ ਸੰਧੂ ਤੇ ਮੈਂ ਗੁਰਦਾਸਪੁਰ ਜ਼ਿਲ੍ਹੇ ਪਿੰਡ ਦਕੋਹਾ ਦਾ ਰਹਿਣ ਵਾਲਾ। ਜਦੋਂ ਮੈਂ 3 ਸਾਲ ਦਾ ਹੋਇਆ, ਮੇਰੇ ਫਾਦਰ ਸਾਹਿਬ ਦੀ 2002 ਦੇ ਵਿੱਚ ਡੈਥ ਹੋ ਗਈ। ਜਦੋਂ ਬਾਪ ਦਾ ਸਹਾਰਾ ਸਿਰ ਦੇ ਉੱਪਰੋਂ ਉੱਠ ਜਾਂਦਾ ਹੈ ਤਾਂ ਜਿਹੜੇ ਆਸ-ਪਾਸ ਦੇ ਲੋਕ ਵੀ ਹੁੰਦੇ ਆ ਜਾਂ ਸਾਡੇ ਰਿਸ਼ਤੇਦਾਰ ਹੁੰਦੇ ਆ, ਦੋਸਤ ਮਿੱਤਰ, ਉਹ ਸਾਰੇ ਪਾਸਾ ਵਟਣਾ ਜਿਹੜਾ ਉਹ ਸ਼ੁਰੂ ਕਰ ਦਿੰਦੇ ਆ। ਮੇਰੀ ਲਾਈਫ ਦੇ ਵਿੱਚ ਜਿੰਨੀਆਂ ਮੁਸੀਬਤਾਂ, ਜਿੰਨੀਆਂ ਜ਼ਿੰਮੇਵਾਰੀਆਂ ਜਿਹੜੀਆਂ ਉਹ ਵੱਧਦੀਆਂ ਗਈਆਂ, ਉੱਦਾਂ ਲੋਕਾਂ ਦੇ ਤਾਨੇ ਮਿਹਣੇ ਵੱਧਦੇ ਗਏ। ਸੋ ਜਦੋਂ ਮੈਨੂੰ ਸ਼ੁਰੂਆਤ ਹੋਈ ਮੇਰੀ ਪੜ੍ਹਾਈ ਦੀ, ਮੇਰੇ ਮਦਰ ਨੇ ਮੈਨੂੰ ਸਕੂਲ ਦੇ ਵਿੱਚ ਮੇਰਾ ਦਾਖਲਾ ਕਰਵਾਇਆ ਔਰ ਮੇਰੀ ਮਦਰ ਨੂੰ ਜਦੋਂ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਤਾਂ ਬਹੁਤ ਸਾਰਾ ਪ੍ਰੈਸ਼ਰ ਸੀਗਾ ਸਾਡੇ ਸ਼ਰੀਕੇ ਦਾ, ਉਹਨਾਂ ਲੋਕਾਂ ਦਾ ਕਿ ਘਰ ਦੇ ਵਿੱਚੋਂ ਹੁਣ ਚਲੇ ਜਾਣ, ਘਰ ਛੱਡ ਜਾਣ, ਸਾਨੂੰ ਪੈਲੀ ਮਿਲ ਜਾਵੇ, ਅਸੀਂ ਇਹਨਾਂ ਦੀ ਜਾਇਦਾਦ ਲੈ ਲਈਏ। ਉਹ ਬਹੁਤ ਸਾਰੀਆਂ ਚੀਜ਼ਾਂ ਸੀਗੀਆਂ। ਸੋ ਮਾਂ ਮੇਰੀ ਇਸੇ ਸਬਰ ਤੇ ਰੁਕੀ ਰਹੀ ਕਿ ਨਹੀਂ, ਮੈਨੂੰ ਹੀਰੇ ਵਰਗਾ ਪੁੱਤ ਜਿਹੜਾ ਪ੍ਰਮਾਤਮਾ ਨੇ ਦੇ ਦਿੱਤਾ, ਅੱਗੇ ਹੁਣ ਜਿਵੇਂ ਵਾਹ ਪਈ ਉਵੇਂ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਕੱਟ ਲਵਾਂਗੇ। ਸੋ ਮੈਨੂੰ ਸਕੂਲ ਦੇ ਵਿੱਚ ਦਾਖਲ ਕਰਵਾ ਦਿੱਤਾ। ਮੈਂ ਜਦੋਂ ਸਕੂਲ ਦੇ ਵਿੱਚ ਪੜ੍ਹਦਾ ਸੀ ਤਾਂ ਮੈਂ ਘਰ ਦੇ ਹਾਲਾਤ ਦੇਖਦਾ ਹੁੰਦਾ ਸੀ, ਕਿਉਂਕਿ ਸਾਡਾ ਘਰ ਜਿਹੜਾ ਹੁੰਦਾ ਸੀ ਉਹ ਜਿੱਦਾਂ ਖੇਤਾਂ ਦੇ ਵਿੱਚ ਜਿਹੜੀਆਂ ਮੋਟਰਾਂ ਹੁੰਦੀਆਂ ਉੱਥੇ ਰਹਿੰਦੇ ਹੁੰਦੀ, ਡੇਰੇ ਤੇ, ਜਿਹਨੂੰ ਪੰਜਾਬੀ ਭਾਸ਼ਾ ਦੇ ਵਿੱਚ ਅਸੀਂ ਕਹਿ ਦਿੰਦੇ ਹਾਂ ਡੇਰੇ ਤੇ ਵੀ ਰਹਿੰਦੇ ਹੁੰਦੇ ਸੀ ਪਿੰਡਾਂ ਦੇ ਵਿੱਚ। ਤਾਂ ਉੱਥੇ ਇੱਕ ਸਾਡੇ ਕੋਲ ਕਮਰਾ ਹੁੰਦਾ ਸੀ ਤਾਂ ਉਹਦਾ ਹੀ ਉਹ ਅੱਜ ਕੱਲ੍ਹ ਤਾਂ ਇੱਕ ਕਮਰਾ ਹੈ, ਉਹਨੂੰ ਅਸੀਂ 2 ਕਮਰੇ ਬਣਾਏ ਹੁੰਦੇ ਸੀ, ਬਾਲਿਆਂ ਵਾਲੀ ਛੱਤ ਹੁੰਦੀ ਸੀ। ਔਰ ਮੈਨੂੰ ਅੱਜ ਵੀ ਯਾਦ ਹੈ ਉਹ ਰੂਮ ਦੇ ਵਿੱਚ 2 ਰੂਮ ਸੀਗੇ ਤੇ ਉਹਦੇ ਵਿੱਚ ਵਿਚਕਾਰ ਕੰਧ ਸੀ ਤੇ ਉਹਦੇ ਵਿੱਚ ਇੱਕ ਖਿੜਕੀ ਸੀ। ਔਰ ਸਾਡੇ ਤਾਂ ਲਾਈਟ ਵੀ ਨਹੀਂ ਆਉਂਦੀ ਹੁੰਦੀ, ਬੱਤੀ ਅਸੀਂ ਉਹਨੂੰ ਜਿਹਨੂੰ ਬੱਤੀ ਕਹਿੰਦੇ ਉਹ ਵੀ ਨਹੀਂ ਆਉਂਦੀ ਹੁੰਦੀ ਸੀ, ਪੱਖਾ ਤੱਕ ਨਹੀਂ ਹੁੰਦਾ। ਗਰਮੀਆਂ ਦੇ ਵਿੱਚ ਅਸੀਂ ਮੱਛਰਦਾਨੀਆਂ ਵਿਹੜੇ ਦੇ ਵਿੱਚ ਮੰਜੀ ਤੇ ਲਾ ਕੇ ਪੈਣਾ। ਤਾਂ ਉਦੋਂ ਅਸਮਾਨ ਦੇ ਵੱਲ ਵੇਖ ਕੇ ਇਹ ਸੋਚਦੇ ਹੁੰਦੇ ਸੀ ਵੀ ਯਾਰ ਲੋਕ ਏਸੀਆਂ ਦੇ ਵਿੱਚ ਪਏ ਆ, ਲੋਕਾਂ ਨੂੰ ਪੱਖਿਆਂ ਦੀ ਹਵਾ ਮਿਲ ਰਹੀ ਹੈ ਤਾਂ ਅਸੀਂ ਮੱਛਰਦਾਨੀ ਦੇ ਵਿੱਚ ਪਏ ਆ। ਔਰ ਲਾਈਟ ਨਹੀਂ ਸੀ ਆਉਂਦੀ ਹੁੰਦੀ ਪੜ੍ਹਨ ਦੇ ਵਾਸਤੇ। ਉਹ ਜਿਹੜੀ ਖਿੜਕੀ ਹੁੰਦੀ ਸੀ ਉਹਦੇ ਵਿੱਚ ਅਸੀਂ ਦੀਵਾ ਰੱਖ ਲੈਣਾ। ਉਦੋਂ 2004 ਦੀ ਗੱਲ ਹੈ, ਉਦੋਂ ਅਸੀਂ ਦੀਵਾ ਰੱਖਿਆ ਹੁੰਦਾ ਸੀ, ਕਦੀ ਮੋਮਬੱਤੀ ਚਲਾਉਣੀ ਤਾਂ ਉਹ ਜਿਹੜੀ ਖਿੜਕੀ ਹੁੰਦੀ ਸੀ ਉਹਦੀ ਰੌਸ਼ਨੀ ਦੂਸਰੇ ਕਮਰੇ ਦੇ ਵਿੱਚ ਵੀ ਜਾਂਦੀ ਸੀ, ਜਿੱਧਰ ਸਾਡੀ ਕਿਚਨ ਸੀਗੀ, ਜਿੱਥੇ ਮੇਰੀ ਮਦਰ ਖਾਣਾ ਬਣਾਉਂਦੇ, ਉੱਧਰ ਵੀ ਰੌਸ਼ਨੀ ਜਾਂਦੀ ਸੀ। ਔਰ ਇੱਕ ਪਾਸੇ ਮੈਂ ਕੁਰਸੀ ਡਾਈ ਹੁੰਦੀ ਸੀ ਔਰ ਉੱਥੇ ਮੈਂ ਆਪਣੀ ਪੜ੍ਹਾਈ ਕਰਦਾ ਹੁੰਦਾ ਸੀ। ਸੋ ਉਸ ਤੋਂ ਬਾਅਦ ਦੇ ਵਿੱਚ ਹੌਲੀ ਹੌਲੀ ਮੇਰੀਆਂ ਕਲਾਸਾਂ ਵੱਧਦੀਆਂ ਗਈਆਂ ਔਰ ਮੇਰੀ ਜ਼ਿੰਮੇਵਾਰੀ ਵੀ ਵੱਧਦੀ ਗਈ। ਔਰ 9-10 ਸਾਲ ਦਾ ਸੀਗਾ ਜਦੋਂ ਮੈਂ ਆਪਣੇ ਘਰ ਦੇ ਵਾਸਤੇ ਰਾਸ਼ਨ ਲਿਆਉਣਾ ਸ਼ਹਿਰੋਂ ਜਾ ਕੇ ਸ਼ੁਰੂ ਕਰ ਦਿੱਤਾ ਸੀ, ਆਟਾ ਪਿਹਾ ਕੇ ਲਿਆਉਣਾ ਸ਼ੁਰੂ ਕਰ ਦਿੱਤਾ। ਤੇ ਲੋਕ ਦੇਖ ਕੇ ਤਰਸ ਵੀ ਖਾਂਦੇ ਹੁੰਦੇ ਸੀ ਤੇ ਹੱਸਦੇ ਹੁੰਦੇ ਵੀ, ਯਾਰ ਇਹ ਹੁਣ ਕਿੱਦਾਂ ਸੰਭੂਗਾ ਆਪਣੇ ਆਪ ਨੂੰ ਅੱਗੇ ਲਾਈਫ ਦੇ ਵਿੱਚ, ਕਿਉਂਕਿ ਪਿਓ ਦਾ ਸਹਾਰਾ ਹੈ ਨਹੀਂ, ਅਮੀਰ ਵੀ ਨਹੀਂ ਹੈ, ਔਰ ਕਿਵੇਂ ਇਹ ਆਪਣੀ ਲਾਈਫ ਦੇ ਵਿੱਚ ਅੱਗੇ ਜਾਊਗਾ। ਪਰ ਪ੍ਰਮਾਤਮਾ ਦਾ ਉਹ ਕਹਿੰਦੇ ਨੇ ਹੱਥ ਹੋਣਾ ਚਾਹੀਦਾ ਹੈ। ਬਾਕੀ ਦੁਨੀਆ ਬਹੁਤ ਕੁਛ ਬੋਲਦੀ ਹੈ, ਬੋਲਣ ਦਿਓ, ਪ੍ਰਮਾਤਮਾ ਤੁਹਾਡੇ ਨਾਲ ਹੋਣਾ ਚਾਹੀਦਾ ਹੈ, ਤੁਹਾਡਾ ਮਾਂ ਪਿਓ ਤੁਹਾਡੇ ਨਾਲ ਹੋਣਾ ਚਾਹੀਦਾ ਹੈ। ਮੈਨੂੰ ਜਦੋਂ ਮੈਂ ਪੜ੍ਹਨ ਜਾਂਦਾ ਸੀਗਾ ਤਾਂ ਮਦਰ ਬੜੇ ਚਾਵਾਂ ਦੇ ਨਾਲ ਤਿਆਰ ਕਰਕੇ ਮੈਨੂੰ ਤੋਰਦੀ ਹੁੰਦੀ ਸੀ। ਤਾਂ ਇੱਕ ਵਾਰ ਦੀ ਗੱਲ ਦੱਸਦਾ ਕਿ ਮੈਂ ਦੂਸਰੀ ਕਲਾਸ ਦੇ ਵਿੱਚ ਸੀਗਾ ਤਾਂ ਸਾਰੇ ਬੱਚਿਆਂ ਨੂੰ ਉਦੋਂ ਹੀ ਮਾੜੀਆਂ ਆਦਤਾਂ, ਉਦੋਂ ਹੀ ਚੰਗੀਆਂ ਆਦਤਾਂ ਪੈਣੀਆਂ ਹੁੰਦੀਆਂ। ਤਾਂ ਉਹ ਮੈਨੂੰ ਇੱਕ ਵਾਰੀ ਦੂਸਰੀ ਕਲਾਸ ਦੇ ਵਿੱਚ ਚੋਰੀ ਕਰਨ ਦੀ ਆਦਤ ਪੈ ਗਈ। ਉਹ ਚੋਰੀ ਕਰਨ ਦੀ ਆਦਤ ਕਿਵੇਂ ਪਈ ਕਿ ਘਰ ਦੇ ਹਾਲਾਤ ਕੁਝ ਉੱਦਾਂ ਦੇ ਸੀਗੇ, ਚਲੋ ਠੀਕ ਠਾਕ ਜਿਹਾ ਸਾਨੂੰ ਮਿਲਦਾ ਸੀਗਾ, ਜਿੰਨਾ ਕੁ ਮਦਰ ਨੇ ਕਰ ਸਕਦੀ ਸੀ ਓਨਾ ਕੁ ਕੀਤਾ। ਤਾਂ ਉਹਨਾਂ ਸਮਿਆਂ ਦੇ ਵਿੱਚ ਸ਼ਾਕਾ ਲਾਕਾ ਬੂਮ ਬੂਮ ਇੱਕ ਸੀਰੀਅਲ ਆਉਂਦਾ ਹੁੰਦਾ ਸੀ ਟੀਵੀ ਤੇ ਉਹਦੇ ਵਿੱਚ ਨਾ ਇੱਕ ਪੈਨਸਲ ਹੁੰਦੀ ਸੀ, ਉਹ ਪੈਨਸਲ ਜਿਵੇਂ ਆਪਾਂ ਡਰਾਅ ਕਰਦੇ ਹਾਂ ਉਹੀ ਨਿਕਲ ਆਉਂਦਾ ਹੁੰਦਾ ਸੀਗਾ ਪੈਨਸਲ ਦੇ ਵਿੱਚੋਂ। ਤਾਂ ਉਹ ਪੈਨਸਲ ਸਾਡੀ ਕਲਾਸ ਦੇ ਵਿੱਚ ਇੱਕ ਬੱਚਾ ਲੈ ਕੇ ਆਇਆ, ਦੂਸਰੀ ਕਲਾਸ ਦੀ ਘਟਨਾ ਹੈ। ਤਾਂ ਉਹ ਪੈਨਸਲ ਮੈਨੂੰ ਬਹੁਤ ਵਧੀਆ ਲੱਗੀ, ਮਨ ਨੂੰ ਬੜੀ ਪਿਆਰੀ ਲੱਗੀ। ਤਾਂ ਮੈਂ ਕਿਹਾ ਯਾਰ ਹੁਣ ਮੈਂ ਕੀ ਕਰਾਂ, ਮੈਨੂੰ ਪੈਨਸਲ ਚਾਹੀਦੀ ਆ।
ਤਾਂ ਮੈਂ ਘਰੋਂ ਤਾਂ ਮੰਗ ਨਹੀਂ ਸੀ ਸਕਦਾ, ਕਿਉਂਕਿ ਘਰ ਦੇ ਮੈਨੂੰ ਵੀ ਹਾਲਾਤ ਪਤਾ ਸੀ ਕਿ ਘਰ ਦੇ ਹਾਲਾਤ ਕਿਵੇਂ ਆ। ਤਾਂ ਉਹ ਮੈਂ ਕੀ ਕੀਤਾ ਕਿ ਉਹ ਪੈਨਸਲ ਉਸ ਮੁੰਡੇ ਦੇ ਬੈਗ ਦੇ ਵਿੱਚੋਂ ਚੋਰੀ ਕਰਕੇ ਆਪਣੇ ਬੈਗ ਦੇ ਵਿੱਚ ਪਾ ਲਈ। ਉਹ ਦਿਨ ਮੈਨੂੰ ਅੱਜ ਵੀ ਯਾਦ ਹੈ। ਉਹ ਕਿਉਂ ਯਾਦ ਆ ਉਹ ਵੀ ਮੈਂ ਤੁਹਾਨੂੰ ਦੱਸਾਂਗਾ। ਉਹ ਪੈਨਸਲ ਚੋਰੀ ਕਰਕੇ ਮੈਂ ਆਪਣੇ ਬੈਗ ਦੇ ਵਿੱਚ ਪਾ ਲਈ, ਤੇ ਮੇਰੀ ਮਦਰ ਅਕਸਰ ਜਦੋਂ ਮੈਂ ਘਰ ਜਾਂਦਾ ਸੀ ਤਾਂ ਮੇਰੀ ਮਦਰ ਬੈਗ ਦੇਖਦੀ ਹੁੰਦੀ ਸੀ ਵੀ ਇਹਦੇ ਬੈਗ ਦੇ ਵਿੱਚ ਕਿਤਾਬਾਂ ਪੂਰੀਆਂ ਨੇ, ਹੋਰ ਕੁਛ ਚੀਜ਼ ਕਿਵੇਂ ਆ, ਪੜ੍ਹਾਈ ਦੇ ਉੱਪਰ ਪੂਰਾ ਧਿਆਨ ਦਿੰਦੀ ਸੀ ਮਦਰ ਕਿ ਇਹ ਬਿਨ ਬਾਪ ਦਾ ਬੱਚਾ ਹੈ, ਕਿਤੇ ਵਿਗੜ ਨਾ ਜਾਵੇ, ਕਿ ਲੋਕੀ ਮੈਨੂੰ ਇਹ ਨਾ ਕਹਿਣ ਵੀ ਲੈ ਪੜ੍ਹਾ ਲਿਆ, ਲਿਖਾ ਲਿਆ, ਚੰਗਾ ਇਨਸਾਨ ਬਣਾ ਲਿਆ। ਤਾਂ ਮੈਂ ਉਹ ਮਿਹਣਾ ਨਹੀਂ ਸੁਣਨਾ ਦੁਨੀਆ ਦਾ। ਤਾਂ ਉਹ ਕੀ ਹੋਇਆ ਕਿ ਮੇਰੀ ਮਦਰ ਨੇ, ਮੇਰੀ ਮਾਤਾ ਜੀ ਨੇ, ਜਦੋਂ ਮੈਂ ਸਕੂਲ ਤੋਂ ਘਰ ਆਇਆ ਤੇ ਮੇਰਾ ਬੈਗ ਚੈੱਕ ਕੀਤਾ ਤੇ ਬੈਗ ਦੇ ਵਿੱਚੋਂ ਪੈਨਸਲ ਲੱਭੀ। ਮਦਰ ਕਹਿੰਦੀ ਇਹ ਤਾਂ ਪੈਨਸਲ ਤੇਰੀ ਹੈ ਹੀ ਨਹੀਂ ਹੈ, ਇਹ ਕਿਹਦੀ ਆ ਪੈਨਸਲ? ਤਾਂ ਮੈਂ ਚੁੱਪ ਹੋ ਗਿਆ, ਮੈਂ ਹੈਰਾਨ ਹੋ ਗਿਆ, ਔਰ ਮੈਂ ਬਹੁਤ ਡਰਦਾ ਸੀਗਾ। ਛੋਟਾ ਬੱਚਾ ਆਪਣੇ ਮਾਂ-ਪਿਓ ਤੋਂ ਡਰਦਾ ਹੀ ਹੁੰਦਾ, ਤਾਂ ਮੇਰੇ ਮਦਰ ਤੋਂ ਮੈਂ ਬਹੁਤ ਡਰਦਾ ਸੀਗਾ। ਤਾਂ ਮੰਮੀ ਨੇ ਮੈਨੂੰ ਪੁੱਛਿਆ, ਦੇਖ ਮੈਂ ਤੈਨੂੰ ਮਾਰਨਾ ਨਹੀਂ ਆ, ਮੈਂ ਤੈਨੂੰ ਬੜੇ ਚਾਵਾਂ ਤੇ ਲਾਡਾਂ ਨਾਲ ਪਾਲਿਆ, ਤੂੰ ਮੈਨੂੰ ਸੱਚੋ ਸੱਚ ਦੱਸ ਦੇ ਵੀ ਇਹ ਪੈਨਸਲ ਕਿਹਦੀ ਆ? ਤਾਂ ਮੈਂ ਕਿਹਾ ਵੀ ਮੰਮਾ ਇਹ ਮੈਂ ਪੈਨਸਲ ਅੱਜ ਨਾ ਚੋਰੀ ਕਰ ਲਈ ਆ, ਮੈਨੂੰ ਬੜੀ ਪਿਆਰੀ ਲੱਗੀ ਸੀ ਤਾਂ ਮੈਂ ਚੋਰੀ ਕਰ ਲਈ ਆ। ਕਿਸੇ ਕਲਾਸ ਦੇ ਮੁੰਡੇ ਸੀ ਉਹ ਲੈ ਕੇ ਆਇਆ। ਤਾਂ ਮੇਰੀ ਮਦਰ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ। ਉਹ ਕਿਉਂ ਆ ਗਏ ਕਿ ਉਹ ਮੈਨੂੰ ਮਦਰ ਦੀ ਅੱਜ ਵੀ ਗੱਲ ਯਾਦ ਆ। ਮੇਰੀ ਮਦਰ ਨੇ ਕਿਹਾ ਕਿ ਪੁੱਤ ਤੂੰ ਬਿਨ ਬਾਪ ਦਾ ਬੱਚਾ ਆ, ਤਾਂ ਤੇਰੀ ਹਰਕਤਾਂ ਲੋਕਾਂ ਨੇ ਦੇਖਣੀਆਂ ਕਿ ਇੱਕ ਮਾਂ ਨੇ ਇੱਕ ਬੱਚਾ ਕਿਵੇਂ ਪਾਲ ਲਿਆ, ਇੱਕ ਬਾਪ ਤੋਂ ਬਿਨਾਂ ਕਿੱਦਾਂ ਜ਼ਿੰਮੇਵਾਰੀ ਨਿਭਾਤੀ। ਕਿਉਂਕਿ ਅਸੀਂ ਗਰੀਬ ਪਰਿਵਾਰ ਦੇ ਆ, ਤਾਂ ਪੁੱਤ ਆਹ ਕੰਮ ਅੱਜ ਤੋਂ ਬਾਅਦ ਨਾ ਕਰੀਂ। ਤੇਰੀ ਮਾਂ ਹੈਗੀ ਆ, ਤੇਰੀ ਮਾਂ ਤੇਰੇ ਲਈ ਸਭ ਕੁਛ ਕਰੂਗੀ। ਤੂੰ ਇੱਕ ਵਾਰੀ ਮੈਨੂੰ ਮੂੰਹੋਂ ਦੱਸ ਦੀ ਵੀ ਪੁੱਤ ਚਾਹੀਦਾ ਕੀ ਆ? ਤੇਰੀ ਮਾਂ ਜੇ ਜਿੰਦੀ ਆ, ਤੇਰੀ ਜਿਹੜੀ ਵੀ ਖੁਆਇਸ਼ ਆ ਮੈਨੂੰ ਆਣ ਕੇ ਦੱਸੀ, ਤੇ ਆਹ ਪੈਨਸਲ ਉਸ ਮੁੰਡੇ ਨੂੰ ਜਾ ਕੇ ਵਾਪਸ ਕਰ ਦੇਈਂ। ਉਹ ਮੈਂ ਇੰਝ ਹੀ ਕੀਤਾ। ਮੈਂ ਅਗਲੇ ਦਿਨ ਸਕੂਲ ਗਿਆ, ਪੈਨਸਲ ਵਾਪਸ ਕਰ ਦਿੱਤੀ, ਔਰ ਮਨ ਦੇ ਵਿੱਚ ਉਹ ਖਿਆਲ, ਜਿਹੜੇ ਸ਼ਬਦ ਮੇਰੀ ਮਾਂ ਨੇ ਬੋਲੇ ਸੀ, ਉਹ ਹਮੇਸ਼ਾ ਅੱਜ ਤੱਕ ਮੇਰੇ ਨਾਲ ਹੈ ਕਿ ਕਦੇ ਵੀ ਪੁੱਤ ਗਲਤ ਕੰਮ ਨਹੀਂ ਕਰਨਾ। ਸੋ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਕਿ ਮੈਂ 5ਵੀਂ ਕਲਾਸ ਦੇ ਵਿੱਚ ਹੋਇਆ, ਤਾਂ ਹਾਈ ਸਕੂਲ ਦਾ ਉਦੋਂ ਆ ਗਿਆ ਮਨ ਦੇ ਵਿੱਚ, ਕਿਉਂਕਿ ਅਸੀਂ ਮਿਡਲ ਸਕੂਲ ਦੇ ਵਿੱਚ ਪੜ੍ਹਦੇ ਹੁੰਦੇ ਸੀ। ਬਾਅਦ ਦੇ ਵਿੱਚ ਇਹ ਦੌਰ ਚੱਲ ਗਿਆ ਯਾਰ ਇੰਗਲਿਸ਼ ਮੀਡੀਅਮ ਦੇ ਵਿੱਚ ਪੜ੍ਹਨਾ ਹੈ। ਤਾਂ ਮੇਰਾ ਕੀ ਹੋਇਆ ਕਿ ਮੇਰੇ ਪਰਿਵਾਰ ਦਾ ਇੱਕ ਮੁੰਡਾ ਸੀਗਾ, ਮੇਰਾ ਹੀ ਭਰਾ, ਕਜ਼ਨ ਬ੍ਰਦਰ, ਉਹ ਮੇਰੇ ਨਾਲ ਪੜ੍ਹਦਾ ਹੁੰਦਾ। ਮੇਰਾ ਬਹੁਤ ਪਿਆਰ ਸੀਗਾ ਉਹਦੇ ਨਾਲ, ਤੇ ਉਹਦੀ ਐਡਮਿਸ਼ਨ ਘਰਦਿਆਂ ਨੇ ਹਾਈ ਸਕੂਲ ਦੇ ਵਿੱਚ ਕਰਵਾ ਦਿੱਤੀ, ਇੰਗਲਿਸ਼ ਮੀਡੀਅਮ ਸਕੂਲ ਦੇ ਵਿੱਚ ਕਰਵਾ ਦਿੱਤੀ। ਔਰ ਕੀ ਹੋਇਆ ਉਦੋਂ ਬਾਅਦ ਦੇ ਵਿੱਚ ਮੈਂ ਘਰ ਗਿਆ, ਮੈਂ ਕਿਹਾ ਮੰਮਾ ਵੀ ਅੰਮ੍ਰਿਤ ਦੀ ਨਾ ਐਡਮਿਸ਼ਨ ਜਿਹੜੀ ਹੈ ਉਹ ਹਾਈ ਸਕੂਲ ਦੇ ਵਿੱਚ ਹੋ ਗਈ, ਇੰਗਲਿਸ਼ ਮੀਡੀਅਮ ਵਾਲੇ ਸਕੂਲ ਦੇ ਵਿੱਚ ਹੋ ਗਈ ਹੈ, ਤਾਂ ਕਾਸ਼ ਮੈਂ ਵੀ ਕਿਤੇ ਉਹ ਸਕੂਲ ਦੇ ਵਿੱਚ ਹੁੰਨਾ। ਤਾਂ ਮਦਰ ਨੇ ਅੱਖਾਂ ਭਰ ਆਈਆਂ ਹੈ ਨਾ ਮਦਰ ਦੀਆਂ, ਕਿਉਂਕਿ ਹਾਈ ਸਕੂਲ ਦੀ ਇੰਗਲਿਸ਼ ਮੀਡੀਅਮ ਦੀ ਸਾਨੂੰ ਪਤਾ ਫੀਸ ਕਿੰਨੀ ਕੁ ਹੁੰਦੀ ਹੈ, ਤੇ ਬਿਨ ਬਾਪ ਦਾ ਮੈਂ ਬੱਚਾ ਸੀਗਾ। ਮਦਰ ਹਾਊਸਵਾਈਫ ਸੀ, ਇਨਕਮ ਦਾ ਸੋਰਸ ਕੋਈ ਹੈ ਨਹੀਂ, ਉਹੀ ਸਾਡੀ ਪੈਲੀ ਸੀ ਜਿਹੜੀ ਕਿੱਲਾ ਡੇਢ ਖੰਡ ਆਉਂਦੀ ਸੀਗੀ। ਉਹਦੇ ਤੋਂ ਤੁਹਾਨੂੰ ਵੀ ਪਤਾ ਕਿ ਕਿੰਨੀ ਕੁ ਇਨਕਮ ਆਉਂਦੀ ਹੈ, ਘਰ ਦੇ ਬਹੁਤ ਖਰਚੇ ਹੁੰਦੇ ਹੈ, ਲੀੜਾ ਕੱਪੜਾ ਹੁੰਦਾ ਹੈ, ਰੋਟੀ ਹੁੰਦੀ ਹੈ, ਸਕੂਲ ਦੀਆਂ ਫੀਸਾਂ ਹੋ ਗਈਆਂ। ਤਾਂ ਕੀ ਹੋਇਆ ਕਿ ਮੈਂ ਅਗਲੇ ਦਿਨ ਸਕੂਲ ਚਲਾ ਗਿਆ, ਔਰ ਤੁਸੀਂ ਯਕੀਨ ਮੰਨਿਓ ਇਹ ਕਿਉਂ ਮੈਂ ਝੂਠ ਨਹੀਂ ਕਹਿ ਰਿਹਾ, ਮੇਰੇ ਨਾਲ ਬੀਤੀਆਂ ਨੇ। ਮੇਰੀ ਮਾਂ ਅਗਲੇ ਦਿਨ ਸਕੂਲ ਆਈ, ਹਾਫ ਟਾਈਮ ਦਾ ਸਮਾਂ ਸੀਗਾ ਜਿਹਨੂੰ ਅਸੀਂ ਅੱਧੀ ਛੁੱਟੀ ਕਹਿ ਦਿੰਦੇ ਹਾਂ, ਸਕੂਲ ਦੇ ਵਿੱਚ ਆਈ, ਔਰ ਮੈਂ ਕਿਹਾ ਹੁਣ ਕੀ ਹੋ ਗਿਆ? ਮੰਮੀ ਕਿਤੇ ਕੰਪਲੇਂਟ ਕਰਨ ਤਾਂ ਨਹੀਂ ਹੈਗੀ, ਕੋਈ ਸ਼ਿਕਾਇਤ ਲੈ ਕੇ ਸਕੂਲ ਤਾਂ ਨਹੀਂ ਆ ਗਈ? ਤਾਂ ਮੰਮਾ ਨੇ ਮੈਨੂੰ ਬੁਲਾਇਆ, ਉਹ ਆਂਟੀ ਕਲਾਸ ਦੇ ਵਿੱਚ ਆਈ, ਮੈਨੂੰ ਖੜਿਆ ਕਿ ਤੁਹਾਡੇ ਮਦਰ ਆਏ ਨੇ, ਚਲੇ ਜਾਓ ਆਫਿਸ ਦੇ ਵਿੱਚ। ਮੈਂ ਗਿਆ ਤਾਂ ਮੰਮਾ ਨੇ ਛੁੱਟੀ ਦਵਾ ਲਈ। ਮੈਂ ਕਿਹਾ ਮੰਮੀ ਅੱਜ ਤਾਂ ਆਪਾਂ ਕਿਤੇ ਜਾਣਾ ਵੀ ਨਹੀਂ ਆ, ਛੁੱਟੀ ਕਾਹਤੇ ਮੈਨੂੰ ਦਵਾਤੀ? ਕਹਿੰਦੇ ਪੁੱਤ ਕੋਈ ਗੱਲ ਨਹੀਂ, ਚੱਲਦੇ ਹਾਂ। ਤਾਂ ਮੈਨੂੰ ਸ਼ਹਿਰ ਲੈ ਗਏ, ਤਾਂ ਸ਼ਹਿਰ ਲੈ ਗਏ ਤਾਂ ਮੈਂ ਚਲਿਆ ਗਿਆ, ਤਾਂ ਮੈਨੂੰ ਜਾ ਕੇ ਹਾਈ ਸਕੂਲ ਇੰਗਲਿਸ਼ ਮੀਡੀਅਮ ਦੇ ਸਾਹਮਣੇ ਖੜਾ ਕਰ ਦਿੱਤਾ। ਮੈਂ ਕਿਹਾ ਮੰਮੀ ਇਹ ਕੀ ਆ? ਕਹਿੰਦੇ ਪੁੱਤ ਤੇਰਾ ਸੁਪਨਾ ਸਾਕਾਰ ਕਰਨਾ, ਕਿਤੇ ਪਿੱਛੇ ਨਾ ਰਹਿ ਜੀ, ਤੇਰੇ ਮਨ ਦੇ ਵਿੱਚ ਜਿਹੜਾ ਚਾਅ ਨਾ ਤੇਰੀ ਮਾਂ ਹੈਗੀ ਉਹ ਪੂਰਾ ਕਰੂਗੀ। ਤਾਂ ਉਹ ਜਿੱਦਣ ਮੈਨੂੰ ਅੱਜ ਵੀ ਚੇਤਾ, ਜਿੱਦਣ ਮੈਂ ਹਾਈ ਸਕੂਲ ਦੇ ਮੂਹਰੇ ਖੜਾ ਸੀਗਾ, ਇੰਗਲਿਸ਼ ਮੀਡੀਅਮ ਸਕੂਲ ਦੇ ਮੂਹਰੇ ਖੜਾ, ਵੱਡੀ ਬਿਲਡਿੰਗ ਦੇਖੀ ਤੇ ਮੇਰੀ ਮਦਰ ਦਾ ਜਿਗਰਾ ਦੇਖਿਆ, ਤਾਂ ਉਹ ਹੱਥ ਦੇ ਵਿੱਚ ਹੱਥ ਸੀਗਾ ਮੇਰੀ ਮੰਮਾ ਦਾ, ਤੇ ਉਹ ਸੀਨ ਮੈਨੂੰ ਅੱਜ ਵੀ ਯਾਦ ਆ ਜਾਂਦਾ। ਉਹ ਬਾਹਰ ਖੜਾ, ਮੈਂ ਇੱਕ ਵਾਰੀ ਅੱਖਾਂ ਦੇ ਵਿੱਚ ਮੇਰੇ ਵੀ ਹੰਝੂ ਆ ਗਏ ਕਿ ਅੱਜ ਮੈਂ ਰਾਤ ਗੱਲ ਕੀਤੀ ਹੈ, ਔਰ ਅਗਲੀ ਸਵੇਰ ਮੈਨੂੰ ਮੰਮੀ ਨੇ ਅੱਧੀ ਛੁੱਟੀ ਦਵਾ ਕੇ ਔਰ ਹਾਈ ਸਕੂਲ ਦੇ ਸਾਹਮਣੇ ਜਾ ਕੇ ਖੜਾ ਕਰਤਾ, ਪੁੱਤ ਚੱਲ ਤੇਰੀ ਐਡਮਿਸ਼ਨ ਕਰਾਉਣੀ ਹੈ। ਤਾਂ ਮੈਂ ਸਕੂਲ ਦੇਖਿਆ, ਔਰ ਇੱਕ ਪਾਸੇ ਮੈਂ ਮਦਰ ਨੂੰ ਦੇਖਿਆ, ਤਾਂ ਮਦਰ ਦੀਆਂ ਅੱਖਾਂ ਵੀ ਨਮ ਸੀਗੀਆਂ, ਮੇਰੀਆਂ ਅੱਖਾਂ ਵੀ ਨਮ ਸੀਗਾ, ਚਾਅ ਵੀ ਬਹੁਤ ਸੀਗਾ ਕਿ ਮੰਮੀ ਨੇ ਮੇਰੀ ਖੁਆਇਸ਼ ਪੂਰੀ ਕਰ ਦਿੱਤੀ। ਤੇ ਅਸੀਂ ਉਸ ਸਮੇਂ ਇੱਕ ਦੂਜੇ ਨੂੰ ਜੱਫੀ ਪਾਈ ਗੇਟ ਦੇ ਬਾਹਰ ਖਲੋ ਕੇ, ਔਰ ਜਿਹੜਾ ਗੇਟ ਦੇ ਬਾਹਰ ਸਕੂਲਾਂ ਦਾ ਜਿਹੜਾ ਉਹ ਹੁੰਦਾ ਨਾ, ਜਿਹੜਾ ਰੱਖਿਆ ਹੁੰਦਾ ਨਾ ਸਿਕਿਉਰਿਟੀ ਗਾਰਡ, ਉਹ ਸਾਡੇ ਵੱਲ ਦੇਖੀ ਵੀ ਇਹ ਕੀ ਕਰੀ ਜਾਂਦੇ ਆ। ਕੀ ਪਤਾ ਸੀ ਉਹਨੂੰ ਕਿ ਛੋਟੇ ਜਿਹੇ ਘਰਾਂ ਦੇ ਮਾਂ ਪੁੱਤ ਹੈ, ਦੋਵੇਂ ਮਾਂ ਪੁੱਤ ਦੀਆਂ ਖੁਸ਼ੀਆਂ ਨੇ। ਤਾਂ ਉਹ ਮੈਂ ਆਪਣੀ ਮੰਮੀ ਨੂੰ ਘੁੱਟ ਕੇ ਜੱਫੀ ਪਾਈ, ਮੇਰੇ ਮਦਰ ਦੀਆਂ ਵੀ ਅੱਖਾਂ ਦੇ ਵਿੱਚ ਹੰਝੂ ਆ ਗਏ। ਕਹਿੰਦੀ ਪੁੱਤ ਚੱਲ ਹੁਣ ਤੇਰੀ ਐਡਮਿਸ਼ਨ ਕਰਾਉਣੇ ਆ। ਤਾਂ ਉਸ ਦਿਨ ਤੋਂ ਮੇਰੀ ਹਾਈ ਸਕੂਲ ਦੇ ਵਿੱਚ ਐਡਮਿਸ਼ਨ ਕਰਾਈ, ਔਰ ਜਿਹਦੇ ਕਰਕੇ ਮੈਂ ਐਡਮਿਸ਼ਨ ਲਈ ਸੀਗੀ ਅੰਮ੍ਰਿਤ, ਉਹ ਉਸੇ ਵੇਲੇ ਹੀ ਛੱਡ ਗਿਆ। ਉਹ 2 ਮਹੀਨੇ ਬਾਅਦ ਹੀ ਸਕੂਲ ਦੇ ਵਿੱਚ ਛੱਡ ਗਿਆ, ਮੈਨੂੰ ਹਾਈ ਸਕੂਲ ਦੇ ਵਿੱਚ ਪਵਾ ਗਿਆ। ਸੋ ਉਦੋਂ ਤੋਂ
ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ, ਹੋਰ ਮਿਹਨਤ ਕਰਨੀ ਸ਼ੁਰੂ ਕਰ ਦਿੱਤੀ ਕਿ ਮੇਰੀ ਮਦਰ ਨੇ ਮੈਨੂੰ ਇੱਥੋਂ ਤੱਕ ਅੱਜ ਲੈ ਕੇ ਆਈ ਤਾਂ ਮੈਂ ਪੂਰਾ ਮੁੱਲ ਮੋੜਾਂਗਾ। ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਕਿ ਮੇਰੀ ਲਾਈਫ ਦੇ ਵਿੱਚ ਥੀਏਟਰ ਆ ਵਸਿਆ। ਥੀਏਟਰ ਦਾ ਪਤਾ ਨਹੀਂ ਸੀਗਾ ਥੀਏਟਰ ਕੀ ਹੁੰਦਾ, ਰੰਗਮੰਚ ਕੀ ਹੁੰਦਾ ਹੈ। ਤਾਂ ਉਦੋਂ ਸਰ ਆਏ, ਰੰਗਮੰਚ ਜੁਆਇਨ ਕਰ ਲਿਆ। 8ਵੀਂ ਕਲਾਸ ਦੀ ਗੱਲ ਹੈ, ਰੰਗਮੰਚ ਕਰਨ ਲੱਗ ਪਏ, ਪਤਾ ਲੱਗ ਗਿਆ ਨਾਟਕ ਕੀ ਹੁੰਦੇ ਹੈ, ਇਕਾਂਗੀਆਂ ਕੀ ਹੁੰਦੀਆਂ ਹੈ, ਪਲੇ ਕੀ ਹੁੰਦੇ ਹੈ, ਉਹ ਕਰਨੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ ਕਰਕੇ ਜਦੋਂ +1 ਦੇ ਵਿੱਚ ਆਏ ਤਾਂ +1 ਦੀ ਫੀਸ ਯਕਦਮ 1200 ਰੁਪਈਆ ਪ੍ਰਤੀ ਮਹੀਨਾ ਹੋ ਗਈ। ਤਾਂ ਜ਼ਰੂਰ ਇੱਕ ਵਾਰੀ ਔਖਾ ਤਾਂ ਹੋਇਆ, ਪਰ ਮਦਰ ਕਹਿੰਦੀ ਕੋਈ ਗੱਲ ਨਹੀਂ ਪੁੱਤ, ਪੜ੍ਹਨਾ ਤਾਂ ਹੈ ਆ, ਜਿਵੇਂ ਮਰਜ਼ੀ ਤੈਨੂੰ ਪੜ੍ਹਾਵਾਂ, ਮੈਂ ਪੜ੍ਹਾਉਣਾ ਜ਼ਰੂਰ ਆ। ਤਾਂ ਉਹ ਕੀ ਹੋਇਆ ਕਿ ਉਸ ਤੋਂ ਬਾਅਦ ਦੇ ਵਿੱਚ ਸਾਡੇ ਇੱਕ ਬੰਨੇ ਲੜਾਈ ਝਗੜੇ ਵੀ ਸੀ ਘਰ ਦੇ, ਪੈਲੀਆਂ ਦੇ 100 ਝਗੜੇ ਹੁੰਦੇ ਆ, ਪੈਲੀ ਨੂੰ ਲੈ ਕੇ ਝਗੜੇ ਹੁੰਦੇ, ਲੋਕ ਤਾਨੇ ਮਾਰਨੇ ਲੋਕਾਂ ਨੇ ਸ਼ੁਰੂ ਕਰ ਦਿੱਤੇ ਕਿ ਇਹ ਨਸ਼ੇ ਕਰਨ ਲੱਗ ਪਿਆ। ਇਹਦਾ ਮੁੰਡਾ ਜਦੋਂ ਮੈਂ +1 +2 ਦੇ ਵਿੱਚ ਹੋਇਆ ਤਾਂ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਫੀਸ ਜਿਹੜੀ ਹੈ ਉਹ ਮੈਨੇਜ ਕੀਤੀ। ਮੇਰੀ ਮਦਰ ਨੇ ਮੈਨੇਜ ਕਰਕੇ 11ਵੀਂ ਦੇ ਵਿੱਚ ਮੈਂ ਪੜ੍ਹਨਾ ਸ਼ੁਰੂ ਕਰ ਦਿੱਤਾ, ਮੇਰੀ ਫੀਸ ਹੋ ਗਈ। ਤਾਂ ਉੱਥੋਂ ਮੈਂ ਰੰਗਮੰਚ ਸ਼ੁਰੂ ਕਰ ਦਿੱਤਾ, ਪਰ ਹੁਣ ਘਰ ਦੇ ਹਾਲਾਤ ਜਿਹੜੇ ਸੀ ਉਹ ਹੋਰ ਵੀ ਖਰਾਬ ਹੁੰਦੇ ਜਾ ਰਹੇ ਸੀ ਕਿਉਂਕਿ ਖਰਚੇ ਵੱਧਦੇ ਜਾਂਦੇ ਸੀਗੇ। ਤਾਂ ਕੀ ਮਨ ਦੇ ਵਿੱਚ ਆਇਆ ਕਿ ਹੁਣ ਮੈਂ ਕੀ ਕਰਾਂਗਾ? ਦਿਹਾੜੀਆਂ, ਕੰਮ ਤਾਂ ਅਜੇ ਕੋਈ ਕਰ ਨਹੀਂ ਸਕਦਾ ਕਿਉਂਕਿ 11ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀਗਾ ਔਰ ਜੱਟਾਂ ਦੇ ਮੁੰਡੇ ਆ, ਹਨਾ, ਦਿਹਾੜੀ ਲਾਉਣ ਲੱਗਿਆਂ ਵੀ 100 ਵਾਰੀ ਸੋਚਣਾ ਪੈਂਦਾ। ਇਹ ਅੱਜ ਕੱਲ੍ਹ ਧਾਰਨਾ ਬਣੀ ਯਾਰ, ਜੱਟਾਂ ਦਾ ਮੁੰਡਾ ਹੋ ਕੇ ਮੈਂ ਦਿਹਾੜੀਆਂ ਕਰਾਂਗਾ, ਇਹ ਵੀ ਧਾਰਨਾ ਬਣੀ ਹੈ। ਤਾਂ ਮਨ ਦੇ ਵਿੱਚ ਖਿਆਲ ਸੀਗਾ ਕਿ ਹੁਣ ਕੀ ਕਰਨਾ ਯਾਰ, ਹੁਣ ਮਦਰ ਦਾ ਕਿਵੇਂ ਹੱਥ ਵਟਾਉਣਾ, ਕਿਵੇਂ ਘਰ ਦਾ ਸਰਕਲ ਤੋਰਨਾ, ਕਿਉਂਕਿ ਹੁਣ 11ਵੀਂ ਕਲਾਸ ਦੇ ਵਿੱਚ ਹੋ ਗਏ ਆ, ਹੁਣ ਉਮਰ ਵੀ ਹੋ ਗਈ ਹੈ, 14-15 ਸਾਲ ਦੇ ਹੋ ਗਏ ਆ, ਉਮਰ ਵੀ ਹੋ ਗਈ ਹੈ। ਤਾਂ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਕਿ ਮੈਂ ਸਰ ਦੇ ਨਾਲ ਗੱਲ ਕੀਤੀ, ਜਿਹੜੇ ਨਾਟਕ ਸਿਖਾਉਣ ਆਉਂਦੇ ਹੁੰਦੇ ਸੀ। ਉਹ ਕਹਿੰਦੇ ਤੂੰ ਰੰਗਮੰਚ ਮੇਰਾ ਜੁਆਇਨ ਕਰ ਲਾ, ਥੀਏਟਰ ਗਰੁੱਪ ਜੁਆਇਨ ਕਰ ਲਾ, ਅਸੀਂ ਜਾਂਦੇ ਰਹਿੰਦੇ ਹਾਂ ਸ਼ੋਅ ਕਰਨ, ਤਾਂ ਤੈਨੂੰ ਪੈਸੇ ਦਿਆਂਗੇ, ਦਿਹਾੜੀ ਦੇ ਪੈਸੇ ਦੇ ਦਿਆ ਕਰਾਂਗੇ। ਸੋ ਮੈਂ ਉਸੇ ਤਰੀਕੇ ਦੇ ਨਾਲ ਕੀਤਾ, ਆਪਣੇ ਸਰ ਦੀ ਗੱਲ ਮੰਨੀ ਤਾਂ ਮੈਂ ਉਹ ਸਰ ਦੇ ਨਾਲ ਚਲਿਆ ਗਿਆ। ਅਸੀਂ ਪਿੰਡਾਂ ਦੇ ਵਿੱਚ ਸ਼ੋਅ ਕਰਨ ਜਾਣਾ, ਸਕੂਲਾਂ ਦੇ ਵਿੱਚ ਸ਼ੋਅ ਕਰਨ ਜਾਣਾ, ਉਹ ਸਾਨੂੰ ਪੈਸੇ ਮਿਲਿਆ ਕਰਨੇ। 200 ਮਿਲ ਗਿਆ, 300 ਮਿਲ ਗਿਆ, 500 ਮਿਲ ਗਿਆ, ਉਹ ਪੈਸੇ ਮਿਲਿਆ ਕਰਨੇ। ਉਹ ਪੈਸਿਆਂ ਦੇ ਨਾਲ ਚਲੋ ਘਰ ਚੱਲਣ ਲੱਗ ਪਏ। ਇੱਕ ਹੋ ਗਿਆ ਮਦਰ ਨੂੰ ਵੀ ਹਾਂ ਠੀਕ ਹੈ, ਹੁਣ ਪੁੱਤ ਮੇਰਾ ਵਾਕਿਆ ਹੀ ਇਹ ਗੱਲਾਂ ਨੂੰ ਸਮਝਣ ਲੱਗ ਗਿਆ ਕਿ ਕਮਾਈ ਕੀ ਹੁੰਦੀ ਹੈ, ਘਰ ਕਿਵੇਂ ਤੋਰਨਾ ਹੈ। ਤਾਂ ਉਹ ਉੱਥੋਂ ਸ਼ੁਰੂਆਤ ਜਿਹੜੀ ਹੋ ਗਈ। +2 ਕੀਤੀ, +2 ਤੋਂ ਬਾਅਦ ਦੇ ਵਿੱਚ ਮੈਨੂੰ ਸਰ ਨੇ ਦੱਸਿਆ ਕਿ ਤੂੰ ਜਰਨਲਿਜ਼ਮ ਵਾਲੇ ਬੰਨੇ ਪੈ ਜਾ। ਹੁਣ ਜਰਨਲਿਜ਼ਮ ਕੀ ਹੁੰਦੀ ਹੈ +2 ਤੋਂ, ਕਿਉਂਕਿ ਪਿੰਡਾਂ ਦੇ ਮੁੰਡੇ ਸੀਗੇ, ਜ਼ਿਆਦਾ ਪਤਾ ਨਹੀਂ। ਅੱਛਾ ਜਰਨਲਿਜ਼ਮ ਐਵੇਂ ਕਹਿੰਦੇ ਆ, ਕੈਮਰੇ ਤੇ ਐਵੇਂ ਬੋਲਣਾ ਹੁੰਦਾ ਹੈ, ਤਾਂ ਇਹਨਾਂ ਦੇ ਨਾਲ ਮਿਲਾਂਗੇ। ਔਰ ਮੈਨੂੰ ਆਰਟਿਸਟ ਹੋਣ ਕਰਕੇ ਮੈਨੂੰ ਸ਼ੌਂਕ ਬੜਾ ਸੀਗਾ ਫਿਲਮਾਂ ਦੇਖਣ ਦਾ, ਫਿਲਮਾਂ ਦੇ ਵਿੱਚ ਜਾਣ ਦਾ। ਮੈਂ ਇੱਕ ਬੰਨੇ ਐਕਟਿੰਗ ਵੀ ਸਟਾਰਟ ਕਰ ਦਿੱਤੀ ਔਰ ਦੂਸਰੇ ਪਾਸੇ ਮੈਂ ਜਰਨਲਿਜ਼ਮ ਦੇ ਵਿੱਚ ਵੀ ਪੈ ਗਿਆ। ਹੁਣ ਕਾਲਜ ਦਾ ਰੁੱਖ ਕਰ ਲਿਆ, ਯੂਨੀਵਰਸਿਟੀ ਲੈਵਲ ਦੇ ਵਿੱਚ ਆ ਗਏ ਤਾਂ ਉਹ ਖਰਚਾ ਜਿਹੜਾ ਸੀਗਾ ਹੋਰ ਡਬਲ ਹੁੰਦਾ ਗਿਆ ਤੇ ਤੰਗੀਆਂ ਘਰ ਦੀਆਂ ਨਾਲੋਂ ਨਾਲ ਵੱਧਦੀਆਂ ਗਈਆਂ। ਸੋ ਮੈਨੂੰ ਅੱਜ ਵੀ ਯਾਦ ਹੈ ਉਹ ਘੜੀ, ਕਿਉਂਕਿ ਬਗਾਨੇ ਕੋਈ ਕੰਮ ਨਹੀਂ ਜਿਉਂਦਾ। ਅੱਜ ਇਹ ਮੈਂ ਇੱਕ ਗੱਲ ਮੇਰੀ ਹੱਡ ਬੀਤੀ ਹੈ, ਤੁਹਾਨੂੰ ਮੈਂ ਕਹਿ ਦਿੰਦਾ, ਅਸੀਂ ਲੱਖ ਵਾਰੀ ਕਹਿ ਲਈਏ ਸਾਡੇ ਚਾਚੇ, ਮਾਮੇ, ਤਾਏ, ਰਿਸ਼ਤੇਦਾਰ ਹੈ, ਭਰਾ, ਭੈਣ ਹੈ, ਕੋਈ ਨਹੀਂ ਜੇ ਖੜਦਾ। ਕਿਉਂਕਿ ਮੈਂ ਵੀ ਬਹੁਤ ਰੱਖੀ ਸੀ, ਮੈਂ ਆਪਣਿਆਂ ਤੇ ਆਸ ਬਹੁਤ ਰੱਖੀ, ਮੈਂ ਆਪਣੇ ਚਾਚੇ, ਤਾਇਆਂ ਤੇ ਆਸ ਬਹੁਤ ਰੱਖੀ, ਉਹਨਾਂ ਦੀ ਹਰੇਕ ਗੱਲ ਮੰਨੀ, ਉਹਨਾਂ ਦਾ ਅੱਧੀ ਜਿਹੜਾ ਫੋਨ ਆਉਣਾ, ਅੱਧੀ ਰਿੰਗ ਤੇ ਫੋਨ ਚੱਕ ਕੇ ਉਹਨਾਂ ਦੇ ਹਾਜ਼ਰ ਹੋ ਜਾਣਾ ਵੀ ਠੀਕ ਆ ਮੈਂ ਆ ਗਿਆ। ਪਰ ਜਦੋਂ ਮੇਰੀ ਵਾਰੀ ਆਈ ਉਦੋਂ ਕੋਈ ਨਹੀਂ ਲਾਗੇ ਖੜਿਆ। ਹੁਣ ਕੀ ਹੋਇਆ ਕਿ ਗ੍ਰੈਜੂਏਸ਼ਨ ਚੱਲਦੀ ਸੀਗੀ, ਮੇਰੀ ਮਹੀਨੇ ਦੀ ਫੀਸ ਜਿਹੜੀ ਉਹ 6500 ਰੁਪਈਆ ਸੀ। ਘਰ ਦੇ ਹਾਲਾਤ ਇੰਨੇ ਜ਼ਿਆਦਾ ਖਰਾਬ ਹੋ ਗਏ ਕਿ 6500 ਫੀਸ ਕੱਢਣੀ ਵੀ ਔਖੀ ਹੋ ਗਈ। ਤਾਂ ਕੀ ਕੀਤਾ, ਮੈਂ ਇੱਕ ਦਿਨ ਆਪਣੇ ਸਰ ਨੂੰ ਕਾਲ ਲਾਈ, ਜਿਹੜੇ ਮੇਰੇ ਥੀਏਟਰ ਵਾਲੇ ਸਰ ਸੀਗੇ, ਕਿ ਸਰ, ਉਹਨਾਂ ਦਾ ਨਾਮ ਪ੍ਰਿਤਪਾਲ ਹੈ। ਮੈਂ ਕਿਹਾ ਸਰ ਮੇਰੀ ਫੀਸ ਥੁੜ ਗਈ ਹੈ। ਰਾਤ ਦੇ 8 ਵਜੇ ਕਾਲ ਆਈ, ਮੈਂ ਕਿਹਾ 6500 ਰੁਪਈਆ ਚਾਹੀਦਾ। ਔਰ ਯਕੀਨ ਮੰਨਿਓ ਉਹ ਬੰਦਾ ਸਰ, ਜਿਹਦੇ ਨਾਲ ਮੇਰਾ ਕੋਈ ਖੂਨ ਦਾ ਰਿਸ਼ਤਾ ਵੀ ਨਹੀਂ, ਜਿਹਦੇ ਨਾਲ ਕੋਈ ਰਿਸ਼ਤੇਦਾਰੀ ਨਹੀਂ, ਸਿਰਫ ਮੇਰਾ ਗੁਰੂ ਸੀਗਾ, ਮੈਨੂੰ ਸਿਖਾਇਆ, ਉਹ ਬੰਦਾ ਅਗਲੇ ਦਿਨ 7 ਵਜੇ ਨੂੰ ਮੇਰੇ ਦਰਵਾਜ਼ੇ ਦੇ ਬਾਹਰ 6500 ਰੁਪਈਆ ਲੈ ਕੇ ਖੜਾ ਸੀਗਾ। ਲੈ, ਆਪਣੀ ਪੜ੍ਹਾਈ ਨਹੀਂ ਰੋਕਣੀ, ਆ ਲੈ ਪੈਸੇ ਤੇ ਆਪਣੀ ਫੀਸ ਭਰ ਤੇ ਪੜ੍ਹਾਈ ਸ਼ੁਰੂ ਕਰ। ਫਿਰ ਉਸ ਤੋਂ ਬਾਅਦ ਕੀ ਹੋਇਆ ਕਿ ਮੇਰੇ ਮਦਰ ਦਾ ਸੁਪਨਾ ਸੀ ਕਿ ਮੈਂ ਆਰਮੀ ਦੇ ਵਿੱਚ ਜਾਵਾਂ। ਹਰ ਮਾਂ ਦਾ ਸੁਪਨਾ ਹੁੰਦਾ ਹੈ ਮੇਰਾ ਪੁੱਤ ਸਰਕਾਰੀ ਜੌਬ ਕਰੇ, ਪੱਕੀ ਪੈਨਸ਼ਨ ਲੱਗ ਜਾਵੇ, ਹਨਾ, ਰੋਟੀ ਪੱਕੀ ਹੋ ਜੇ। ਤਾਂ ਮੇਰੀ ਮਦਰ ਦਾ ਸੁਪਨਾ ਸੀਗਾ, ਪਰ ਮੈਂ ਉਹ ਸੁਪਨਾ ਸਾਕਾਰ ਨਹੀਂ ਕਰ ਸਕਿਆ ਕਿਉਂਕਿ ਮੇਰਾ ਮਨ ਸੀਗਾ ਕਿ ਮੈਂ ਇਸੇ ਬੰਨੇ ਜਾਣਾ, ਆਪਣੀ ਜਰਨਲਿਜ਼ਮ ਵਾਲੀ ਸਾਈਡ ਦੇ ਵਿੱਚ ਜਾਣਾ। ਤਾਂ ਕੀ ਹੋਇਆ ਕਿ ਜਦੋਂ ਮੇਰੀ ਡਿਗਰੀ ਕੰਪਲੀਟ ਹੋਈ ਉਦੋਂ ਬਾਅਦ 'ਚ ਸਮਝ ਨਹੀਂ ਆਇਆ, ਘਰ ਦਾ ਬਹੁਤ ਪ੍ਰੈਸ਼ਰ ਸੀਗਾ। ਤਾਂ ਮੈਂ ਇੱਦਾਂ ਹੀ ਜੌਬ ਵਾਸਤੇ ਇੰਟਰਵਿਊ ਦੇਣ ਚਲਾ ਗਿਆ, ਜਿਹਨੂੰ ਅਸੀਂ ਕੈਨੇਡਾ ਅੰਬੈਸੀ ਕਹਿ ਦਿੰਦੇ ਹਾਂ, VFS ਗਲੋਬਲ ਜਲੰਧਰ ਦੇ ਵਿੱਚ ਹੈ, ਕੈਨੇਡਾ ਦੀ ਅੰਬੈਸੀ ਵੀ ਕਹਿ ਦਿੰਦੇ ਹਾਂ। ਤੋ ਉੱਥੇ ਚਲਾ ਗਿਆ ਕਿਉਂਕਿ ਪੈਸਿਆਂ ਦੀ ਲੋੜ ਬਹੁਤ ਸੀ, ਖਰਚਾ ਬਹੁਤ ਹੋ ਗਿਆ, ਕਈਆਂ ਤੋਂ ਵੀ ਫੜੇ ਸੀਗੇ। ਤਾਂ ਉੱਥੇ ਮੇਰੀ ਜਿਹੜੀ ਸਿਲੈਕਸ਼ਨ ਹੋ ਗਈ, ਮੇਰੀ ਜੌਬ ਲੱਗ ਗਈ, ਮੈਂ ਕੈਨੇਡਾ ਅੰਬੈਸੀ ਦੇ ਵਿੱਚ। ਹੁਣ ਉੱਥੇ ਕੀ ਸੀਗਾ
ਕਿ ਜਲਦੀ ਕੰਮ ਤੇ ਜਾਣਾ। ਮੈਂ ਪਿੰਡ ਤੋਂ ਆਉਂਦਾ ਸੀਗਾ ਤਾਂ ਮੇਰੀ ਮਦਰ ਨੂੰ 3 ਵਜੇ ਸਵੇਰੇ ਉੱਠਣਾ ਪੈਂਦਾ ਸੀ, ਕਿਉਂਕਿ 7 ਵਜੇ ਆਫਿਸ ਸ਼ੁਰੂ ਹੋ ਜਾਂਦਾ ਸੀ। ਮੇਰੀ ਮਦਰ 3 ਵਜੇ ਉੱਠਦੀ, ਮੈਂ 4 ਵਜੇ ਮੈਨੂੰ ਉਠਾਲਦੀ, ਸਭ ਕੁਝ ਤਿਆਰ ਕਰਕੇ ਦਿੰਦੀ। ਉਹ ਫਿਰ ਸਟਰਗਲਿੰਗ ਡੇਜ਼ ਜਿਹੜੇ ਨੇ ਜੋਬ ਨੂੰ ਲੈ ਕੇ, ਪੈਸੇ ਕਮਾਉਣ ਨੂੰ ਲੈ ਕੇ, ਉਹ ਸ਼ੁਰੂ ਹੋ ਗਏ। ਸੋ ਇਸ ਤੋਂ ਬਾਅਦ ਦੇ ਵਿੱਚ ਸਿਲਸਿਲਾ ਵੱਧਦਾ ਗਿਆ। ਅੱਗੇ ਕਰੋਨਾ ਕਾਲ ਸ਼ੁਰੂ ਹੋ ਗਿਆ, ਜਿਹਨੇ ਸਭ ਕੁਝ ਹੀ ਦੁਨੀਆ ਦਾ ਰੋਕ ਕੇ ਰੱਖ ਦਿੱਤਾ। ਕਈਆਂ ਦੇ ਕਹਿ ਲਈਏ ਬਿਜ਼ਨਸ ਤਬਾਹ ਕਰ ਦਿੱਤੇ। ਜਿਹੜੇ ਆਮ ਵਰਗ ਦੇ, ਛੋਟੇ ਵਰਗ ਦੇ ਲੋਕ ਸੀ, ਉਹਨਾਂ ਦਾ ਸਭ ਕੁਝ ਠੱਪ ਕਰ ਦਿੱਤਾ। ਉਹ ਕਰੋਨਾ ਆ ਗਿਆ, ਮੈਂ ਜੋਬ ਛੱਡ ਦਿੱਤੀ ਉੱਧਰੋਂ, ਕਿਉਂਕਿ ਮੇਰਾ ਮਨ ਸੀਗਾ ਕਿ ਮੇਰਾ ਮਨ ਨਹੀਂ ਕਰਦਾ ਹੁਣ ਮੈਂ ਜੋਬ ਛੱਡ ਦੇਣੀ, ਮੈਂ ਆਪਣੇ ਕਿੱਤੇ ਦੇ ਵਿੱਚ ਜਾਣਾ। ਮੈਂ ਜੋਬ ਵੀ ਛੱਡ ਦਿੱਤੀ, ਕਰੋਨਾ ਵੀ ਆ ਗਿਆ, ਘਰੇ ਬਹਿ ਗਿਆ। ਉਹ ਜਿੰਨੀ ਕੁ ਸੇਵਿੰਗ ਸੀ, ਕਰੋਨਾ ਚੱਲਦਾ ਗਿਆ 1 ਮਹੀਨੇ ਲਈ, 2 ਮਹੀਨੇ ਲਈ, ਉਹ ਸਾਰੀ ਸੇਵਿੰਗ ਖਰਚ ਹੋ ਗਈ। ਹੁਣ ਮੈਨੂੰ ਮਦਰ ਦਾ ਉਹ ਯਾਦ ਆਇਆ ਕਿ ਤੂੰ ਕਿਤੇ ਸਰਕਾਰੀ ਨੌਕਰੀ ਲਈ ਉਹ ਟਰਾਈ ਕਰਦਾ ਤਾਂ ਅੱਜ ਤੈਨੂੰ ਆਹ ਮੁਸ਼ਕਲ ਨਹੀਂ ਸੀ ਆਉਣੀ, ਤੇਰੇ ਪੈਸੇ ਆਉਂਦੇ ਰਹਿਣੇ ਸੀ। ਕਿਉਂਕਿ ਮਦਰ ਮੈਨੂੰ ਕਹਿੰਦੀ ਸੀ ਮੈਂ ਆਪਣੀ ਮਰਜ਼ੀ ਕੀਤੀ, ਤਾਂ ਉਹ ਮਨ ਦੇ ਵਿੱਚ ਆਇਆ ਕਿ ਯਾਰ ਮੈਂ ਸੁਸਾਈਡ ਕਰ ਲਵਾਂ, ਕਿਉਂਕਿ ਹੁਣ ਮੈਂ ਘਰੇ ਸੀਗਾ। ਮਦਰ ਵੀ ਮੈਨੂੰ ਕਹਿ ਰਹੇ ਸੀ ਵੀ ਤੂੰ ਆਪਣੀ ਮਰਜ਼ੀ ਕੀਤੀ, ਹੁਣ ਤੂੰ ਨੌਕਰੀ ਵੀ ਛੱਡ ਦਿੱਤੀ। ਤਾਂ ਉਦੋਂ ਮੈਂ ਆਪਣੇ ਅੰਦਰੋਂ ਟੁੱਟ ਗਿਆ ਸੀਗਾ ਵੀ ਹੁਣ ਮੈਂ ਕਰਾਂ ਤੇ ਕੀ ਕਰਾਂ। ਮੈਨੂੰ ਵੀ ਅੱਗੇ ਕੋਈ ਵੀ ਆਪਸ਼ਨ ਨਹੀਂ ਸੀ ਦੀਦੀ, ਕੋਈ ਓਪਰਚੁਨਿਟੀ ਨਹੀਂ ਦੀਦੀ ਸੀਗੀ ਕਿ ਹੁਣ ਮੈਂ ਸੁਸਾਈਡ ਹੀ ਕਰ ਲੈਣਾ। ਪਰ ਫਿਰ ਮੈਂ ਉਹ ਰਾਤ ਬਹੁਤ ਸੋਚਿਆ, ਜਦੋਂ ਮਨ ਦੇ ਵਿੱਚ ਖਿਆਲ ਆਇਆ ਤੇ ਮੈਂ ਅਗਲੀ ਸਵੇਰ ਕੀ ਸੀਗਾ, ਗਰਾਊਂਡ ਦੇ ਵਿੱਚ ਗਿਆ ਤਾਂ ਮੈਂ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਕਿ ਹੁਣ ਮੈਂ ਆਰਮੀ ਦੇ ਵਿੱਚ ਹੋਣਾ। ਮੈਂ ਯਕੀਨ ਮੰਨਿਓ, ਮੈਂ 1.5 ਸਾਲ ਉਹਦੀ ਪ੍ਰੈਕਟਿਸ ਕੀਤੀ, ਪਰ ਉਹ ਕਿਸਮਤ ਨੂੰ ਕਹਿੰਦੇ ਨਾ ਕੁਝ ਹੋਰ ਹੀ ਮਨਜ਼ੂਰ ਹੋਣਾ ਹੁੰਦਾ, ਤਾਂ ਉਹ ਭਰਤੀ ਨਹੀਂ ਆਈ। 1.5 ਸਾਲ ਭਰਤੀ ਨਹੀਂ ਆਈ, ਮੈਂ ਓਵਰੇਜ ਹੋ ਗਿਆ। ਪਰ ਮੈਂ ਕੋਈ ਉਹ ਕਹਿ ਦਈਏ ਕਿ ਕੰਮ ਨਹੀਂ ਛੱਡਿਆ, ਮੈਂ ਕਰਦਾ ਰਿਹਾ। ਸੋ ਉਸ ਤੋਂ ਬਾਅਦ ਦੇ ਵਿੱਚ ਕੀ ਹੋਇਆ ਕਿ ਰੱਬੀ ਮੈਨੂੰ ਆਪਣੇ ਕਿੱਤੇ ਦੀ ਯਾਦ ਆਈ, ਯਾਰ ਜਿਹੜੀ ਚੀਜ਼ ਮੈਂ ਕੀਤੀ ਸੀ ਉਹ ਤਾਂ ਮੈਂ ਛੱਡ ਹੀ ਦਿੱਤੀ। ਮੈਂ ਜਰਨਲਿਜ਼ਮ ਵਾਲੇ ਬੰਨੇ ਗਿਆ, ਮੈਂ ਇੱਕ ਚੈਨਲ ਲੱਭਿਆ, ਜੀ ਪੰਜਾਬੀ ਦੇ ਨਾਲ ਮੈਂ ਕੋਲੈਬੋਰੇਟ ਕੀਤਾ, ਮੈਂ ਉੱਥੇ ਗਿਆ। ਠੀਕ ਹੈ ਜੀ, ਮੇਰੀ ਉਹ ਵਾਹਿਗੁਰੂ ਨੇ ਕਿਰਪਾ ਕੀਤੀ, ਮੇਰੀ ਜੌਬ ਲੱਗ ਗਈ। ਜੀ ਪੰਜਾਬੀ ਦੇ ਵਿੱਚ ਸ਼ੋਅ ਦੇ ਵਿੱਚ ਵੀ ਪਾਰਟੀਸਪੇਟ ਕੀਤਾ, ਉੱਥੋਂ ਸਿਲਸਿਲਾ ਸ਼ੁਰੂ ਹੋ ਗਿਆ। ਫਿਰ 1-2 ਚੈਨਲ ਦੇ ਨਾਲ ਹੋਰ ਕੰਮ ਕੀਤਾ। ਫਿਰ ਉਸ ਤੋਂ ਬਾਅਦ ਦੇ ਵਿੱਚ ਹੁਣ ਮੈਂ ਚੈਨਲ ਦੇ ਨਾਲ ਪੱਕਾ ਜੁੜ ਗਿਆ, ਉੱਥੋਂ ਇਨਕਮ ਆਉਣੀ ਜਿਹੜੀ ਉਹ ਸ਼ੁਰੂ ਹੋ ਗਈ। ਔਰ ਇੱਥੋਂ ਮੈਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹਾਂਗਾ ਕਿ ਕੰਮ ਬੇਸ਼ੱਕ ਤੁਸੀਂ ਆਪਣੀ ਮਰਜ਼ੀ ਦਾ ਕਰੋ ਜਾਂ ਨਾ, ਪਰ ਉਹ ਕੋਸ਼ਿਸ਼ ਕਦੀ ਨਹੀਂ ਤੁਹਾਨੂੰ ਛੱਡਣੀ ਚਾਹੀਦੀ। ਜਿਹੜਾ ਵੀ ਕੰਮ ਤੁਸੀਂ ਕਰ ਰਹੇ ਹੋ ਉਹਦੇ ਵਿੱਚ ਪੂਰੀ ਲਗਨ ਨਾਲ ਕਰੋ। ਮੈਂ ਵੀ ਇੰਝ ਹੀ ਕੀਤਾ। ਜੇ ਮੈਂ ਪਹਿਲਾਂ ਕੋਈ ਹੋਰ ਕੰਮ ਕੀਤਾ ਸੀ, ਮੈਂ ਉਹ ਵੀ ਲਗਨ ਦੇ ਨਾਲ ਕੀਤਾ। ਜੇ ਮੈਂ ਭਰਤੀ ਦੇ ਵਾਸਤੇ ਮਿਹਨਤ ਕੀਤੀ ਕਿ ਫੌਜ ਦੇ ਵਿੱਚ ਹੋਣਾ, ਉਹ ਵੀ ਮੈਂ ਮਨੋਂ ਲਗਨ ਦੇ ਨਾਲ ਕੀਤੀ। ਔਰ ਉਸ ਤੋਂ ਬਾਅਦ ਦੇ ਵਿੱਚ ਹੁਣ ਮੈਂ ਚੈਨਲ ਦੇ ਵਿੱਚ ਆ ਗਿਆ। ਇਹਦਾ ਮੇਰਾ ਆਪਣਾ ਕੰਮ ਸੀ, ਜਿਹਨੂੰ ਕਰਕੇ ਖੁਸ਼ੀ ਮਿਲਦੀ ਹੈ, ਇਹ ਵੀ ਮੈਂ ਲਗਨ ਦੇ ਨਾਲ ਕਰ ਰਿਹਾ। ਔਰ ਕਿੱਥੇ 300 ਦਿਹਾੜੀ ਲੈਣੀ ਸੀ, ਔਰ ਅੱਜ ਮੈਂ 30,000 ਤੋਂ ਪਲੱਸ ਜਿਹੜੀ ਹੈ ਉਹ ਸੈਲਰੀ ਲੈ ਰਿਹਾ। ਅੱਜ ਜਦੋਂ ਮੈਂ ਉਹ ਦਿਨ ਦੇਖਦਾ, ਜਦੋਂ ਸਾਡੇ ਘਰ ਦੇ ਵਿੱਚ ਮੋਟਰ ਤਾਂ ਦੂਰ, ਸਮਰਸੀਬਲ ਤਾਂ ਦੂਰ, ਸਾਡੇ ਘਰ ਦੇ ਵਿੱਚ ਨਲਕਾ ਵੀ ਨਹੀਂ ਸੀ ਤੇ ਅਸੀਂ ਬਾਲਟੀਆਂ ਫੜ ਕੇ, ਘੜੇ ਚੱਕ ਕੇ ਲੋਕਾਂ ਦੇ ਘਰਾਂ ਤੋਂ ਪਾਣੀ ਲੈ ਕੇ ਆਉਂਦੇ ਹੁੰਦੇ ਸੀ। ਵੀ ਸਾਡੇ ਕੋਲ ਪਾਣੀ ਹੈ ਨਹੀਂ, ਲੋਕਾਂ ਦੇ ਘਰਾਂ ਤੋਂ ਪਾਣੀ ਲਿਆਉਣਾ, ਉਹ ਪਾਣੀ ਵੀ ਹਿਸਾਬ ਦੇ ਨਾਲ ਵਰਤਣਾ। ਸੋ ਅੱਜ ਉਹ ਦਿਨ ਕਦੀ ਨਹੀਂ ਭੁੱਲਦੇ। ਔਰ ਅੱਜ ਜਦੋਂ ਮੈਂ ਮਦਰ ਦੇ ਨਾਲ ਬੈਠ ਕੇ ਗੱਲਾਂ ਕਰਦਾ ਤਾਂ ਉਹ ਪੁਰਾਣੇ ਦਿਨ ਤੇ ਅੱਜ ਦੇ ਦਿਨ ਵੀ ਯਾਦ ਆਉਂਦੇ ਨੇ ਕਿ ਕਿੱਥੇ ਅਸੀਂ ਕਹਿ ਲਈਏ 10-10 ਰੁਪਏ ਨੂੰ, 1000-1000 ਰੁਪਏ ਨੂੰ ਤਰਸਦੇ ਸੀ ਤੇ ਅੱਜ 30,000 ਤੋਂ ਪਲੱਸ ਮੈਂ ਸੈਲਰੀ ਲੈ ਰਿਹਾ। ਸੋ ਇਸੇ ਤਰੀਕੇ ਦੇ ਨਾਲ ਅੰਤ ਦੇ ਵਿੱਚ ਮੈਂ ਇਹੀ ਕਹਿਣਾ ਚਾਹਾਂਗਾ ਕਿ ਤੁਸੀਂ ਜੋ ਵੀ ਕਰਨਾ ਚਾਹੁੰਦੇ ਹੋ, ਤੁਸੀਂ ਆਪਣੀ ਮਿਹਨਤ ਦੇ ਨਾਲ ਕਰੋ, ਸੱਚੀ ਲਗਨ ਦੇ ਨਾਲ ਕਰੋ। ਔਰ ਦੁਨੀਆ ਬਹੁਤ ਕੁਝ ਬੋਲਦੀ ਹੈ, ਮੈਨੂੰ ਬਹੁਤ ਕੁਝ ਬੋਲਿਆ, ਇਹ ਹੁਣ ਸ਼ਹਿਰ ਜਾਣ ਲੱਗ ਪਿਆ, ਨੌਕਰੀ ਇਹ ਨਸ਼ੇ ਕਰਨ ਲੱਗ ਪਿਆ। ਔਰ ਮੇਰੀ ਮਦਰ ਵੀ ਡਰ ਗਈ, ਵਾਕਈ ਤੂੰ ਨਸ਼ੇ ਕਰਨ ਲੱਗ ਪਿਆ। ਸੱਥ ਦੇ ਵਿੱਚ ਬੈਠ ਕੇ ਲੋਕ ਬਹੁਤ ਸਾਰੇ ਗੱਲਾਂ ਕਰਦੇ ਕਿ ਨਸ਼ਾ ਕਰਨ ਲੱਗ ਪਿਆ। ਔਰ ਮੰਮੀ ਵੀ ਡਰ ਗਈ। ਮੈਂ ਕਿਹਾ ਮੰਮੀ ਇਹਨਾਂ ਦੀ ਚਿੰਤਾ ਨਾ ਕਰੇ, ਸਾਡੇ ਘਰੇ ਆਟਾ ਦੇਣ ਨਹੀਂ ਆਉਂਦੇ, ਸਾਡੇ ਘਰੇ ਪੈਸੇ ਦੇਣ ਨਹੀਂ ਆਉਂਦੇ ਵੀ ਅਸੀਂ ਇਹਨਾਂ ਨੂੰ ਜਵਾਬ ਦਈਏ। ਮੈਂ ਕਿਹਾ ਛੱਡ ਦੇ, ਇਹ ਜਿੰਨੇ ਮੂੰਹ ਓਨੀਆਂ ਗੱਲਾਂ। ਉਹ ਸਿਆਣੇ ਕਹਿੰਦੇ ਆ ਨਾ ਕਿ ਦਾਤੀ ਨੂੰ ਬੇਸ਼ੱਕ ਇੱਕ ਪਾਸੇ ਦੰਦੇ ਹੁੰਦੇ ਆ, ਇਹ ਦੁਨੀਆ ਨੂੰ ਦੋਨੋਂ ਪਾਸੇ ਦੰਦੇ ਆ, ਤੁਹਾਨੂੰ ਮਾਰਨ ਤੇ ਤੁਲੀ ਆ। ਪਰ ਤੁਹਾਡਾ ਫਰਜ਼ ਹੈ ਕਿ ਤੁਸੀਂ ਕਿਵੇਂ ਨਿਖਰ ਕੇ ਆਉਣਾ ਹੈ, ਤੁਸੀਂ ਆਪਣੇ ਆਪ ਨੂੰ ਕਿਵੇਂ ਨਿਖਾਰਨਾ ਹੈ, ਆਪਣੇ ਵਿੱਚ ਵਿਸ਼ਵਾਸ ਕਿਵੇਂ ਰੱਖਣਾ ਹੈ ਤਾਂ ਜੋ ਮੂਹਰੇ ਆ ਸਕੋ। ਔਰ ਜਿਹੜੇ ਤੁਹਾਨੂੰ ਗੱਲਾਂ ਕਰਦੇ ਨੇ, ਸੱਚੀ ਗੱਲ ਦੱਸਾਂ ਤਾਂ ਸਵਾਦ ਉਦੋਂ ਹੀ ਆਉਂਦਾ ਜਦੋਂ ਤੁਹਾਨੂੰ ਲੋਕ ਗੱਲਾਂ ਕਰਦੇ ਹੋਣ ਤਾਂ ਉਹਨਾਂ ਦੇ ਮੂਹਰੇ ਤੁਸੀਂ ਕੁਝ ਬਣ ਕੇ ਦਿਖਾਓ ਵੀ ਲੈ ਭਾਈ ਮੈਂ ਇੱਥੇ ਹੀ ਹਾਂ, ਮੈਂ ਬਣ ਕੇ ਦਿਖਾਇਆ। ਜੇਕਰ ਤੁਹਾਡੀ ਸਟੋਰੀ ਵਿੱਚ ਵੀ ਕਿਸੇ ਨੂੰ ਇਨਸਪਾਇਰ ਕਰਨ ਦਾ ਜਜ਼ਬਾ ਹੈ ਤੇ ਜੋਸ਼ ਦੇ ਮੰਚ ਤੇ ਆਪਣੀ ਕਹਾਣੀ ਪੇਸ਼ ਕਰਨਾ ਚਾਹੁੰਦੇ ਹੋ ਤਾਂ ਇਸ QR ਕੋਡ ਨੂੰ ਸਕੈਨ ਕਰੋ ਤੇ ਕਮੈਂਟਸ ਦਿੱਤੇ ਹੋਏ ਲਿੰਕ ਤੇ ਕਲਿੱਕ ਕਰੋ ਤੇ ਪਾਓ ਜੋਸ਼ ਸਪੀਕਰ ਬਣਨ ਦਾ ਮੌਕਾ। ਇਸ ਵੀਡੀਓ ਬਾਰੇ ਆਪਣੀ ਰਾਏ ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ।